ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਬਹੁਤ ਬਲਵਾਨ ਹੁੰਦਾ ਹੈ। ਇਤਿਹਾਸ ਆਪਣੇ ਨਾਲ ਅਨੇਕਾਂ ਇਨਸਾਨਾਂ ਨੂੰ ਜੋੜਦਾ ਹੈ ਅਤੇ ਅਨੇਕਾਂ ਇਨਸਾਨਾਂ ਦੇ ਦਿਲਾਂ ਵਿੱਚ ਜਗ੍ਹਾ ਵੀ ਬਣਾਉਂਦਾ ਹੈ। ਅੱਜ ਅਸੀਂ ਉਸ ਮਹਾਨ ਇਨਸਾਨ ਦੀ ਗੱਲ ਕਰਾਂਗੇ, ਉਸ ਮਹਾਨ ਇਨਸਾਨ ਨੂੰ ਯਾਦ ਕਰਾਂਗੇ ਜੋ ਜੱਦੀ ਸ਼ਾਹੂਕਾਰ ਰਸੂਖ ਵਾਲੇ ਇਨਸਾਨ ਸਨ, ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਸਿੱਖ ਇਤਿਹਾਸ ਵਿੱਚ ਹਮੇਸ਼ਾ ਹੀ ਦਰਜ ਰਹੇਗਾ ਅਤੇ ਉਹ ਹਮੇਸ਼ਾ ਲਈ ਅਮਰ ਹੋ ਗਏ। ਜੀ ਹਾਂ, ਮੈਂ ਜਿਨ੍ਹਾਂ ਦੀ ਗੱਲ ਕਰ ਰਹੀ ਹਾਂ ਉਹਨਾਂ ਦਾ ਸੰਬੰਧ ਸਰਹੰਦ ਜਾਨੀ ਕਿ ਫਤਿਹਗੜ੍ਹ ਸਾਹਿਬ ਨਾਲ ਹੈ। ਸਰਹੰਦ ਦਾ ਅਰਥ ਹੈ ਹਿੰਦ ਦਾ ਸਿਰ। ਅੱਜ ਆਪਾਂ ਗੱਲ ਕਰਦੇ ਹਾਂ ਉਸ ਇਨਸਾਨ ਬਾਰੇ ਜਿਸ ਨੂੰ ਸਰਕਾਰ ਵੱਲੋਂ ਦੀਵਾਨ ਅਤੇ ਰਾਏ ਦਾ ਖਿਤਾਬ ਮਿਲਿਆ ਸੀ। ਆਗਰੇ ਤੋਂ ਲਾਹੌਰ ਜਾਂਦੇ ਰਾਹਗੀਰਾਂ ਨੂੰ ਰਾਸ਼ਨ ਪਾਣੀ ਦਾ ਪ੍ਰਬੰਧ ਕਰਨ ਵਾਲੇ ਮਹਾਨ ਇਨਸਾਨ ਟੋਡਰਮੱਲ ਦੀ। ਦੀਵਾਨ ਟੋਡਰਮੱਲ ਭਵਾਨੀਗੜ੍ਹ ਦੇ ਹਲਕੇ ਸੰਗਰੂਰ ਜ਼ਿਲ੍ਹਾ ਦੇ ਪਿੰਡ ਕਾਕੜੇ ਦੇ ਰਹਿਣ ਵਾਲੇ ਸਨ। ਇਤਿਹਾਸ ਦੱਸਦਾ ਹੈ ਕਿ ਉਹਨਾਂ ਦਾ ਸੰਬੰਧ ਅਮੀਰ ਸ਼ਾਹੂਕਾਰ ਧਨਾਢ ਘਰਾਣੇ ਨਾਲ ਸੀ। ਉਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਵੀ ਜੁੜਿਆ ਹੋਇਆ ਸੀ, ਜਿਸ ਕਰਕੇ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਤੋਂ ਬਾਅਦ ਦੇਹਾਂ ਦਾ ਅੰਤਿਮ ਸੰਸਕਾਰ ਕਰਦੇ ਹਨ ਅਤੇ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਦੀ ਕੀਮਤ ਅਦਾ ਕਰਕੇ ਜ਼ਮੀਨ ਖਰੀਦ ਕੇ ਉਹਨਾਂ ਦੇ ਅੰਤਿਮ ਸੰਸਕਾਰ ਕਰਦੇ ਹਨ। ਸਰਹੰਦ ਵਿੱਚ ਉਸ ਮਹਾਨ ਇਨਸਾਨ ਬਾਬਾ ਟੋਡਰਮੱਲ ਜੀ ਦੀ ਯਾਦ ਵਿੱਚ ਅਨੇਕਾਂ ਯਾਦਗਾਰਾਂ ਬਣੀਆਂ ਹੋਈਆਂ ਹਨ ਅਤੇ ਉਹਨਾਂ ਦੀ ਯਾਦ ਤਾਜ਼ਾ ਕਰਦੀ ਇੱਕ ਉਹਨਾਂ ਦੀ ਯਾਦਗਾਰ ਜਹਾਜ਼ ਹਵੇਲੀ ਵੀ ਤੁਸੀਂ ਦੇਖ ਸਕਦੇ ਹੋ। ਇਹ ਹਵੇਲੀ ਗੁਰਦੁਆਰਾ ਜੋਤੀ ਸਰੂਪ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹਵੇਲੀ ਦਾ ਨਾਮ ਜਹਾਜ਼ ਹਵੇਲੀ ਹੈ ਕਿਉਂਕਿ ਇਸ ਨੂੰ ਜੋ ਆਕਾਰ ਹੈ, ਸ਼ੇਪ ਹੈ, ਜਹਾਜ਼ ਦੀ ਦਿੱਤੀ ਹੋਈ ਸੀ, ਇਸ ਕਰਕੇ ਇਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ। ਅੱਜ ਵੀ ਹਵੇਲੀ ਸੁੰਨਸਾਨ ਪਈ ਹੈ। ਛੋਟੇ ਸਾਹਿਬਜ਼ਾਦਿਆਂ ਦੀ ਪਹਿਚਾਣ ਪਈ ਹੈ। ਕੋਈ ਤੇ ਕਰੋ ਗੱਲ ਇਹਦੇ ਵੱਲ ਦੀ, ਸੋਨੇ ਸ਼ੀਸ਼ੇ 'ਚ ਵੜਾ ਦਿਓ ਹਵੇਲੀ ਟੋਡਰਮੱਲ ਦੀ। ਇਹ ਯਾਦਾਂ ਤਾਜ਼ੀਆਂ ਕਰਦੀ ਇਹ ਹਵੇਲੀ ਅੱਜ ਵੀ ਸਾਨੂੰ ਯਾਦ ਦਿਵਾਉਂਦੀ ਹੈ ਉਸ ਮਹਾਨ ਇਨਸਾਨ ਬਾਬਾ ਟੋਡਰਮੱਲ ਜੀ ਦੀ। ਇਤਿਹਾਸ ਦੱਸਦਾ ਹੈ ਕਿ ਬਾਬਾ ਟੋਡਰਮੱਲ ਜੀ ਦਾ ਸੰਬੰਧ ਗੁਰੂ ਘਰ ਨਾਲ ਕਾਫੀ ਟਾਈਮ ਤੋਂ ਰਿਹਾ। ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਪਿੰਡ ਕਾਕੜੇ ਕੋਲ ਇੱਕ ਝਿੜੀ ਵਿੱਚ ਆਏ ਸਨ, ਉਹ ਕੁਝ ਸਮਾਂ ਉੱਥੇ ਠਹਿਰੇ ਤਾਂ ਉੱਥੋਂ ਦੀਵਾਨ ਟੋਡਰਮੱਲ ਜੀ ਦੇ ਪਰਿਵਾਰ ਨਾਲ ਉਹਨਾਂ ਦੀ ਮੁਲਾਕਾਤ ਹੋਈ। ਉਹਨਾਂ ਨੇ ਗੁਰੂ ਜੀ ਨੂੰ ਦੁੱਧ ਵੀ ਪਿਲਾਇਆ। ਬਾਬਾ ਟੋਡਰਮੱਲ ਜੀ ਗੁਰੂ ਜੀ ਨੂੰ ਆਪਣੇ ਨਾਲ ਘਰ ਲੈ ਕੇ ਗਏ। ਬਾਬਾ ਟੋਡਰਮੱਲ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਸ਼੍ਰੀ ਅਨੰਦਪੁਰ ਸਾਹਿਬ ਜੀ ਜਾਂਦੇ ਰਹਿੰਦੇ ਸਨ ਅਤੇ ਗੁਰੂ ਘਰ ਨਾਲ ਵੀ ਉਹਨਾਂ ਦੀ ਸਾਂਝ ਹਮੇਸ਼ਾ ਤੋਂ ਹੀ ਰਹੀ ਸੀ। ਉਹ ਦੀਵਾਨ ਹੋਣ ਦੇ ਨਾਤੇ ਸਰਕਾਰੀ ਦਰਬਾਰੇ ਪਹੁੰਚ ਵੀ ਰੱਖਦੇ ਸਨ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਚੁੱਕਿਆ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸੂਬੇਦਾਰ ਨੇ ਕੈਦ ਕਰਕੇ ਸਰਹੰਦ ਵਿਖੇ ਰੱਖਿਆ ਹੋਇਆ, ਤਾਂ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਛੁਡਵਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਸਰਹੰਦ ਵਿਖੇ ਉਸ ਵੇਲੇ 1400 ਪਰਿਵਾਰ ਰਹਿੰਦੇ ਸਨ। ਉਹਨਾਂ ਨੇ ਦੀਵਾਨ ਟੋਡਰਮੱਲ ਜੀ ਨੂੰ ਇਸ ਬਾਰੇ ਵੀ ਦੱਸਿਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਿਹਾ ਕਰਵਾਉਣ ਵਿੱਚ ਮਦਦ ਕਰਨ, ਕਿਉਂਕਿ ਬਾਬਾ ਟੋਡਰਮੱਲ ਜੀ ਦਾ ਸੰਬੰਧ ਸਰਕਾਰ ਨਾਲ ਵੀ ਸੀ। ਇਤਿਹਾਸ ਵਿੱਚ 2 ਨਾਮ ਹੋਏ ਹਨ ਟੋਡਰਮੱਲਾਂ ਦੇ। ਇੱਕ ਟੋਡਰਮੱਲ ਦਾ ਸੰਬੰਧ ਅਕਬਰ ਨਾਲ ਹੈ, ਅਕਬਰ ਦੇ ਸਮੇਂ ਜਿਸ ਨੇ ਦਰਬਾਰਾਂ ਦੀ ਵੰਡ ਕੀਤੀ ਸੀ, ਅਤੇ ਦੂਸਰਾ ਸ਼ਾਹਜਹਾਨੀ ਟੋਡਰਮੱਲ ਜਾਨੀ ਕਿ ਔਰੰਗਜ਼ੇਬ ਦੇ ਟਾਈਮ 'ਤੇ ਜੋ ਸੇਵਾ ਮੁਕਤ ਹੋਏ ਸਨ ਬਾਬਾ ਟੋਡਰਮੱਲ ਜੀ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਜਦੋਂ ਵਜੀਦ ਖਾਂ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਤਾ ਗੁਜਰ ਕੌਰ ਜੀ ਵੀ ਉਹਨਾਂ ਦੇ ਨਾਲ ਸਨ, ਉਹਨਾਂ ਨੂੰ ਰੱਥ ਦੇ ਉੱਪਰ ਜਦੋਂ ਸਰਹੰਦ ਲਿਆਂਦਾ ਗਿਆ ਤਾਂ ਉਹਨਾਂ ਨੂੰ ਦੇਖਣ ਦੇ ਲਈ ਪਿੰਡ ਵਾਸੀ ਪਹੁੰਚੇ ਅਤੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਦੇਖ ਕੇ ਉਹਨਾਂ ਨੇ
ਦੀਵਾਨ ਟੋਡਰਮੱਲ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ, ਕਿਉਂਕਿ ਸਿਰਫ ਬਾਬਾ ਟੋਡਰਮੱਲ ਜੀ ਸੀ ਜਿਨ੍ਹਾਂ ਦੀ ਅਪਰੋਚ ਸਰਕਾਰ ਦਰਬਾਰੇ ਚੱਲਦੀ ਸੀ। ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਕਿ ਸਾਹਿਬਜ਼ਾਦਿਆਂ ਨੂੰ ਛੁਡਵਾ ਲਈਏ। ਉਹਨਾਂ ਨੇ ਪੈਸੇ ਦੇ ਕੇ ਵੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਬਾਬਾ ਟੋਡਰਮੱਲ ਜੀ ਸਰਹੰਦ ਦੇ ਸੂਬੇਦਾਰ ਕੋਲ ਪਹੁੰਚਦੇ ਹਨ ਤਾਂ ਉਸ ਟਾਈਮ 'ਤੇ ਭਾਣਾ ਵਾਪਰ ਚੁੱਕਿਆ ਸੀ। ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਬਾਬਾ ਟੋਡਰਮੱਲ ਜੀ ਛੁਡਵਾਉਣਾ ਤਾਂ ਜੀਵਿਤ ਹੀ ਚਾਹੁੰਦੇ ਸਨ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ, ਪਰ ਜੋ ਭਾਣਾ ਵਾਪਰ ਚੁੱਕਿਆ ਸੀ ਉਸ ਨੂੰ ਬਦਲ ਨਹੀਂ ਸਕਦੇ ਸਨ ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਦੀ ਜੋ ਸੇਵਾ ਹੈ ਉਹ ਮੈਂ ਖੁਦ ਆਪਣੇ ਹੱਥਾਂ ਨਾਲ ਕਰਾਂਗਾ। ਪਰ ਉਸ ਟਾਈਮ 'ਤੇ ਜੋ ਵੀ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਕੋਈ ਵੀ ਸੰਬੰਧ ਰੱਖਦਾ ਸੀ ਉਸਨੂੰ ਬਾਗੀ ਕਰਾਰ ਦੇ ਦਿੱਤਾ ਜਾਂਦਾ ਸੀ। ਬਾਬਾ ਟੋਡਰਮੱਲ ਜੀ ਇੱਕ ਅਮੀਰ ਸ਼ਾਹੂਕਾਰ ਧਨਾਢ ਇਨਸਾਨ ਸਨ। ਅਮੀਰ ਹੋਣ ਦੇ ਨਾਲ ਨਾਲ ਉਹ ਇੱਕ ਧਰਮੀ ਇਨਸਾਨ ਵੀ ਸਨ। ਉਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਸ਼ੁਰੂ ਤੋਂ ਹੀ ਰਿਹਾ ਸੀ। ਉਹ ਆਉਂਦੇ ਜਾਂਦੇ ਰਾਹਗੀਰਾਂ ਦੀ ਵੀ ਸੇਵਾ ਕਰਦੇ ਸਨ, ਪਰ ਉਸ ਟਾਈਮ 'ਤੇ ਜੋ ਵੀ ਗੁਰੂ ਜੀ ਦੇ ਮਦਦ ਕਰਦਾ ਉਸਨੂੰ ਬਾਗੀ ਕਰਾਰ ਦੇ ਦਿੱਤਾ ਜਾਂਦਾ ਸੀ। ਉਸ ਟਾਈਮ 'ਤੇ ਉਹੀ ਸਿਰਫ ਗੁਰੂ ਜੀ ਦੀ ਮਦਦ ਕਰ ਸਕਦਾ ਸੀ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਕਰੀਬੀ ਸੰਬੰਧ ਸੀ। ਦੂਸਰੇ ਇਨਸਾਨ ਮਦਦ ਲਈ ਅੱਗੇ ਨਹੀਂ ਆ ਸਕਦੇ ਸਨ। ਉਸ ਵੇਲੇ ਸਿਰਫ ਮੋਤੀ ਰਾਮ ਮਹਿਰਾ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਸਨ, ਉਹਨਾਂ ਦੇ ਪਿਤਾ ਜੀ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜੇ ਦੇ ਸਮੇਂ ਸ਼ਹੀਦ ਹੋ ਗਏ ਸਨ। 5 ਪਿਆਰਿਆਂ 'ਚੋਂ ਭਾਈ ਹਿੰਮਤ ਸਿੰਘ ਜੀ ਦੀ ਭਾਈ ਤੀਸਰੇ ਪਿਆਰੇ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਸਨ। ਮੋਤੀ ਰਾਮ ਮਹਿਰਾ ਜੀ ਨੇ ਵੀ ਇਨ੍ਹਾਂ ਰਿਸ਼ਤਿਆਂ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਇਆ ਸੀ। ਸਰਹੰਦ ਵਿੱਚ ਬਾਬਾ ਟੋਡਰਮੱਲ ਜੀ ਨੇ 78,000 ਸੋਨੇ ਦੀਆਂ ਅਸ਼ਰਫੀਆਂ ਜ਼ਮੀਨ 'ਤੇ ਵਿਛਾ ਕੇ ਜ਼ਮੀਨ ਖਰੀਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ। ਇਸ ਜਗ੍ਹਾ ਨੂੰ ਖਰੀਦਣ ਦੇ ਲਈ ਬਾਬਾ ਟੋਡਰਮੱਲ ਜੀ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਪੂੰਜੀ ਲਗਾ ਦਿੱਤੀ। ਉਹਨਾਂ ਨੇ ਅੱਤੇ ਵਾਲੀ ਪਿੰਡ ਦੇ ਰਹਿਣ ਵਾਲੇ ਇੱਕ ਪਠਾਨ ਤੋਂ ਜ਼ਮੀਨ ਖਰੀਦੀ, ਪਰ ਉਸ ਦੀ ਬਣਦੀ ਰਕਮ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਗਈ। ਬਾਬਾ ਜੀ ਨੇ ਕੰਡੇ ਪਰਨੇ ਜਾਨੀ ਕਿ ਅਸ਼ਰਫੀਆਂ ਨੂੰ ਖੜੀਆਂ ਕਰਕੇ ਜ਼ਮੀਨ ਉੱਤੇ ਵਿਛਾਇਆ ਅਤੇ ਜਗ੍ਹਾ ਖਰੀਦੀ। ਜ਼ਰੂਰ ਗੁਰੂ ਘਰ ਨਾਲ ਉਹਨਾਂ ਦਾ ਬਹੁਤ ਹੀ ਕਰੀਬੀ ਰਿਸ਼ਤਾ ਹੋਣਾ ਤਾਂ ਜੋ ਉਹਨਾਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਅੰਤਿਮ ਸੰਸਕਾਰ ਕਰਨ ਦੇ ਲਈ ਇੰਨੀ ਕੀਮਤੀ ਜ਼ਮੀਨ ਖਰੀਦੀ ਅਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ। ਜ਼ਰੂਰ ਉਹਨਾਂ ਨੇ ਗੁਰੂ ਜੀ ਦੇ ਬੱਚਿਆਂ ਅਤੇ ਮਾਤਾ ਜੀ ਨੂੰ ਛੁਡਵਾਉਣ ਦੇ ਯਤਨ ਵੀ ਕੀਤੇ ਹੋਣੇ, ਪਰ ਉਹ ਕਾਮਯਾਬ ਨਹੀਂ ਹੋਏ। ਇਸ ਕਰਕੇ ਉਹ ਪਵਿੱਤਰ ਦੇਹਾਂ ਦਾ ਸੰਸਕਾਰ ਕਰਕੇ ਗੁਰੂ ਸਾਹਿਬ ਜੀ ਕੋਲੋਂ ਖੁਸ਼ੀ ਹਾਸਿਲ ਕਰਨਾ ਚਾਹੁੰਦੇ ਸਨ, ਕਿਉਂਕਿ ਵਜ਼ੀਰ ਖਾਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਜੋ ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ 12 ਧਾਰ ਦੇ ਰਾਜੇ, ਪਹਾੜੀ ਰਾਜੇ ਅਤੇ ਔਰੰਗਜ਼ੇਬ ਦੀਆਂ ਸਾਜ਼ਿਸ਼ਾਂ ਵੀ ਵੱਧ ਗਈਆਂ ਸੀ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਬਾਬਾ ਟੋਡਰਮੱਲ ਜੀ ਨੇ 2 ਚਾਂਦੀ ਦੀਆਂ ਗਾਗਰਾਂ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦੀ ਰਾਖ ਨੂੰ ਪਾਇਆ ਅਤੇ ਇੱਕ ਗਾਗਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿੱਚ ਧਰਤੀ ਹੇਠ ਨੱਪ ਦਿੱਤਾ ਅਤੇ ਦੂਸਰੀ ਗਾਗਰ ਆਪਣੇ ਪਿੰਡ ਕਾਕੜਾ ਵਿੱਚ ਆਲੂ ਅਰਕ ਇੱਕ ਗੁਰਦੁਆਰਾ ਸਾਹਿਬ ਵਿੱਚ ਨੱਪ ਦਿੱਤਾ। ਉਹਨਾਂ ਦੇ ਦਿਲ ਵਿੱਚ ਗੁਰੂ ਜੀ ਦੇ ਪ੍ਰਤੀ ਅਤੇ ਉਹਨਾਂ ਦੇ ਪਰਿਵਾਰ ਪ੍ਰਤੀ ਬਹੁਤ ਸ਼ਰਧਾ ਅਤੇ ਸਤਿਕਾਰ ਸੀ।
ਜਗ੍ਹਾ ਦੀ ਕੀਮਤ ਅਦਾ ਕਰਨ ਤੋਂ ਬਾਅਦ ਬਾਬਾ ਟੋਡਰ ਮੱਲ ਜੀ ਨਾਲ ਵੀ ਧੋਖਾ ਕੀਤਾ ਗਿਆ। ਜਿਸ ਤਰ੍ਹਾਂ ਅਨੰਦਪੁਰ ਦਾ ਕਿਲ੍ਹਾ ਛੱਡਣ ਵੇਲੇ ਔਰੰਗਜ਼ੇਬ ਅਤੇ 22 ਧਾਰ ਦੇ ਰਾਜਿਆਂ ਨੇ ਗੁਰੂ ਜੀ ਨਾਲ ਕੀਤਾ, ਉਸੇ ਤਰ੍ਹਾਂ ਜਗ੍ਹਾ ਦੀ ਕੀਮਤ ਅਦਾ ਕਰਨ ਤੋਂ ਬਾਅਦ ਬਾਬਾ ਟੋਡਰ ਮੱਲ ਜੀ ਨਾਲ ਵੀ ਧੋਖਾ ਕੀਤਾ ਗਿਆ। ਜਿਸ ਤਰ੍ਹਾਂ ਅਨੰਦਪੁਰ ਦਾ ਕਿਲ੍ਹਾ ਛੱਡਣ ਵੇਲੇ ਔਰੰਗਜ਼ੇਬ ਅਤੇ 22 ਧਾਰ ਦੇ ਰਾਜਿਆਂ ਨੇ ਗੁਰੂ ਜੀ ਨਾਲ ਕੀਤਾ, ਉਹਨਾਂ ਨੇ ਵੀ ਆਟੇ ਦੀ ਗਊ ਬਣਾ ਕੇ ਸਹੁੰ ਖਾਧੀ ਸੀ। ਔਰੰਗਜ਼ੇਬ ਨੇ ਵੀ ਕੁਰਾਨ ਸ਼ਰੀਫ ਦੀਆਂ ਆਇਤਾਂ ਉੱਪਰ ਚਿੱਠੀ ਲਿਖ ਕੇ ਸਹੁੰਆਂ ਖਾਧੀਆਂ ਸਨ, ਪਰ ਉਹ ਸਾਰੇ ਮੁੱਕਰ ਗਏ ਸਨ। ਇਸੇ ਤਰ੍ਹਾਂ ਬਾਬਾ ਟੋਡਰ ਮੱਲ ਜੀ ਨਾਲ ਸਲੂਕ ਕੀਤਾ ਗਿਆ। ਇਸ ਬਾਰੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਹਨ। ਜਿਵੇਂ ਕੁਝ ਇਤਿਹਾਸਕਾਰ ਦੱਸਦੇ ਹਨ ਕਿ ਬਾਬਾ ਟੋਡਰ ਮੱਲ ਜੀ ਨੂੰ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਮਾਤਾ ਜੀ ਅਤੇ ਬੱਚਿਆਂ ਸਮੇਤ ਕੋਲੂ ਵਿੱਚ ਭੀੜ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕੁਝ ਇਤਿਹਾਸਕਾਰ ਦੱਸਦੇ ਹਨ ਕਿ ਉਹਨਾਂ ਨੂੰ ਸਰਹੰਦ ਛੱਡ ਕੇ ਜਾਣ ਲਈ ਮਜਬੂਰ ਕੀਤਾ ਅਤੇ ਉਹ ਆਪਣੇ ਪਿੰਡ ਕਾਕੜਾ ਵਿਖੇ ਰਹਿਣ ਲੱਗ ਗਏ ਸਨ। ਇਸ ਬਾਰੇ ਅਲੱਗ-ਅਲੱਗ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਹਨ। ਅੱਜ ਸਰਹੰਦ ਵਿਖੇ ਬਾਬਾ ਟੋਡਰ ਮੱਲ ਜੀ ਦੀਆਂ ਯਾਦਗਾਰਾਂ ਸਥਾਪਿਤ ਹਨ। ਉਹਨਾਂ ਦੀ ਯਾਦ ਵਿੱਚ ਇੱਕ ਦੀਵਾਨ ਹਾਲ ਦੀ ਸਥਾਪਨਾ ਕੀਤੀ ਗਈ, ਇੱਕ ਮੇਨ ਗੇਟ ਦੀ ਵੀ ਸਥਾਪਨਾ ਕੀਤੀ ਗਈ ਹੈ। ਬਾਬਾ ਟੋਡਰ ਮੱਲ ਜੀ ਨੇ ਆਪਣੀ ਜੀਵਨ ਦੀ ਕਮਾਈ ਸਾਰੀ ਪੂੰਜੀ ਗੁਰੂ ਘਰ ਦੇ ਲੇਖੇ ਲਾ ਦਿੱਤੀ ਅਤੇ ਆਪਣਾ ਜੀਵਨ ਦਾ ਅੰਤਿਮ ਸਾਹ ਤੱਕ ਗੁਰੂ ਘਰ ਦੇ ਲੇਖੇ ਲਾਇਆ। ਹੀਰੇ ਜਨਨ ਦੀ ਜਿਨ੍ਹਾਂ ਨੂੰ ਸਮਝ ਪੈ ਗਈ, ਹੀਰੇ ਜਨਨ ਦੀ ਜਿਨ੍ਹਾਂ ਨੂੰ ਸਮਝ ਪੈ ਗਈ, ਸੋਨਾ ਵਿਛਾ ਕੇ ਧਰਤੀ ਚਮਕਾ ਦਿੱਤੀ। ਰੰਗ ਰੱਬੀ ਇਸ਼ਕ ਦਾ ਜਿਨ੍ਹਾਂ ਨੂੰ ਚੜ ਜਾਵੇ, ਉਹਨਾਂ ਜਿੰਦ ਗੁਰੂ ਦੇ ਲੇਖੇ ਲਾ ਦਿੱਤੀ। ਧੰਨ ਧੰਨ ਬਾਬਾ ਟੋਡਰ ਮੱਲ ਜੀ, ਜਿਨ੍ਹਾਂ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਰਹੇਗਾ ਅਤੇ ਯਾਦ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਕਿ ਤੁਹਾਨੂੰ ਇਤਿਹਾਸ ਦੇ ਨਾਲ ਜੋ ਵੀ ਜਾਣਕਾਰੀ ਮਿਲੇ ਉਸ ਨੂੰ ਤੁਹਾਡੇ ਤੱਕ ਪਹੁੰਚਾਵਾਂ, ਤੁਹਾਡੇ ਨਾਲ ਸਾਂਝਾ ਕਰਾਂ। ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ। ਨਾਲ ਦੀ ਨਾਲ ਵੀਡੀਓ 'ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਨਿਊ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਹਾਨ ਵਿੱਚ ਸਾਰੇ ਗੋਦ 'ਚ ਸੰਭਾਲੇ